ਸੋ ਗੁੱਡ ਮਾਰਨਿੰਗ ਸਟੂਡੈਂਟਸ। ਬੱਚੇ ਆਪਾਂ ਕਰ ਰਹੇ ਸੀ ਐਸ ਬਲੌਕ ਐਂਡ ਐਸ ਬਲੌਕ ਦੇ ਵਿੱਚ ਗਰੁੱਪ 2 ਤੇ ਕੱਲ ਆਪਾਂ ਨੇ ਕੰਪਲੀਟ ਕਰਤੀਆਂ ਸੀ ਕੈਮੀਕਲ ਪ੍ਰੋਪਰਟੀਜ਼ ਆਫ ਗਰੁੱਪ 2 ਐਸ ਵੈਲ ਐਸ ਆਪਾਂ ਨੇ ਐਨੋਮਲਸ ਬਿਹੇਵੀਅਰ ਆਫ ਬੈਰੀਲੀਅਮ ਐਂਡ ਇਟਸ ਡਾਇਗੋਨਲ ਰਿਲੇਸ਼ਨਸ਼ਿਪ ਵਿਦ ਐਲੂਮੀਨੀਅਮ ਵੀ ਕਰ ਲਈ ਸੀ। ਠੀਕ ਹੈ ਨਾ। ਸੋ ਬੱਚੇ ਅੱਜ ਆਪਾਂ ਨੇ ਕੁਝ ਇੰਪੋਰਟੈਂਟ ਕੰਪਾਊਂਡਸ ਡਿਸਕਸ ਕਰਨੇ ਆ ਗਰੁੱਪ 2 ਦੇ। ਠੀਕ ਹੈ, ਆਪਾਂ ਟਰਾਈ ਕਰਾਂਗੇ ਕਿ ਅੱਜ ਫਿਨਿਸ਼ ਹੋ ਜਾਣ ਬਟ ਇਨ नो हरीज। ठीक है, तो जे अज नहीं फिनिश होंगे तो कल फिनिश हो जाएंगे। सो टुडे इट इज फ्राइडे। ठीक है, सो मंडे नू बच्चे सोडा ग्रुप 2 का रिटन टेस्ट होगा। सो नोट कर लो, ऑन मंडे यू विल हैव अ रिटन टेस्ट फ्रॉम ग्रुप 2 एलिमेंट्स। ठीक है ना, ग्रुप 2 का रिटन टेस्ट विल बी ऑन मंडे। क्लियर। नाउ सो ਆਪਾਂ बिफोर वी स्टार्ट ऑफ विद द इंपॉर्टेंट कंपाउंड्स, अच्छा एक चीज़ होर मैं ਤੁਹਾਨੂੰ ਦੱਸ ਦਵਾਂ कि ग्रुप 1 ਦਾ ਟੈਸਟ ਰਿਟਨ ਹੋ ਚੁੱਕਿਆ ਹੈ, ग्रुप 2 ਦਾ ਹੋ ਜਾਊਗਾ ਮੰਡੇ ਨੂੰ ਐਂਡ ਟਿਊਜ਼ਡੇ ਨੂੰ ਆਪਾਂ ਨੈਕਸਟ ਆਪਣਾ ਗਰੁੱਪ ਤਾਂ ਸਟਾਰਟ ਹੋ ਹੀ ਜਾਏਗਾ ਕੱਲ ਆਈ ਹੋਪ, ਨਹੀਂ ਤਾਂ ਟਿਊਜ਼ਡੇ ਨੂੰ ਸਟਾਰਟ ਹੋ ਜਾਊਗਾ। ਬਟ ਉਸ ਤੋਂ ਪਹਿਲਾਂ ਮੈਂ ਟਿਊਜ਼ਡੇ ਨੂੰ ਤੁਹਾਨੂੰ ਇੱਕ ਰਿਵੀਜ਼ਨ ਅਸਾਈਨਮੈਂਟ ਦੇਵਾਂਗਾ MCQs ਬੇਸਡ ਕੰਬਾਈਨਡ ਫਰੋਮ ग्रुप 1 ਐਜ਼ ਵੈਲ ਐਜ਼ ग्रुप 2। ਠੀਕ ਹੈ ਰਾਜੇ। ਸੋ ਉਸ ਦੇ ਨਾਲ ਆਪਣੇ ਇੰਪੋਰਟੈਂਟ MCQs ਵੀ ਇੱਕ ਵਾਰ ਕਵਰ ਹੋ ਜਾਣਗੇ ਜੋ ਆਪਾਂ ਨੂੰ ਥਿਊਰੀ ਪੁਆਇੰਟ ਆਫ ਵਿਊ ਨਾਲ ਆਉਣੇ ਚਾਹੀਦੇ ਆ। ਸੋ ਲੈਟਸ ਸਟਾਰਟ ਆਫ ਵਿਦ ਸਮ ਇੰਪੋਰਟੈਂਟ ਕੰਪਾਊਂਡਸ ਆਫ ਗਰੁੱਪ 2। ਬਟ ਉਸ ਤੋਂ ਪਹਿਲਾਂ ਪਿਛਲੇ ਗਰੁੱਪ ਦੀ ਤਰ੍ਹਾਂ ਆਪਾਂ ਨੂੰ ਕੁਝ ਇੰਪੋਰਟੈਂਟ ਯੂਜ਼ਸ ਜਿੱਥੇ ਆਪਾਂ ਨੂੰ ਗਰੁੱਪ 2 ਐਲੀਮੈਂਟਸ ਆਉਂਦੇ ਆ ਉਹ ਕੁਝ ਇੰਪੋਰਟੈਂਟ ਯੂਜ਼ਸ ਆਪਾਂ ਡਿਸਕਸ ਕਰਦੇ ਆ। ਸੋ ਦੇ ਯੂਜ਼ਸ ਆਫ group 2 elements। so first and foremost जो beryllium है बच्चे, beryllium is used for making X-ray tubes। number 2 so X-ray tubes बनाने ਆਪਾਂ beryllium ਦੇ ਨਾਲ। number 2 जो ਤੁਸੀਂ ਸੁਣਿਆ ਹੋਣਾ and it is the most one of the most important uses of group 2 elements। so देखो magnesium plus aluminium ਆਪਾਂ ਇਸ alloy ਨੂੰ ਕੀ ਕਹਿੰਦੇ ਆ magnesium। ਠੀਕ ਹੈ ਨਾ, ਨੇਮ ਆਪਾਂ ਨੂੰ ਕਲੀਅਰਲੀ ਪਤਾ ਲੱਗ ਰਿਹਾ ਹੈ magnesium plus aluminium magnesium। this alloy is used in making aircraft parts। ਇੱਕ ਬਹੁਤ ਹਾਰਡ alloy ਬਣ ਜਾਂਦਾ ਹੈ। ਠੀਕ ਹੈ, ਜਿਹੜਾ ਕਿ 에ਅਰਪਲੇਨ ਪਾਰਟਸ ਨੂੰ ਬਣਾਉਣ ਦੇ ਕੰਮ ਆਉਂਦਾ ਬੱਚੇ। ਠੀਕ ਹੈ ਨਾ। ਸੋ ਮੈਗਨੇਲੀਅਮ ਨੈਕਸਟ ਯੂਜ਼ ਇਜ਼, ਹਾਂਜੀ ਤੁਸੀਂ ਇੱਕ ਵਰਡ ਸੁਣਿਆ ਹੋਣਾ ਆਈ ਹੋਪ ਆਪਣੀਆਂ ਜੂਨੀਅਰ ਕਲਾਸਿਸ ਦੇ ਵਿੱਚ, ਗੈਲਵਨਾਈਜੇਸ਼ਨ। ਸਭ ਨੇ ਸੁਣੀ ਹੋਏਗੀ ਆਈ ਹੋਪ, ਜੇ ਨਹੀਂ ਵੀ ਸੁਣੀ ਤਾਂ ਮੈਂ ਦੱਸਦਾ। ਦੇਖੋ जो रस्टिंग ऑफ आयरन ਹੁੰਦੀ ਹੈ ਕਰੋਜਨ ਹੈ ਨਾ, ਜਰ ਲੱਗਣਾ ਲੋਹੇ ਨੂੰ, ਉਸ ਨੂੰ ਪ੍ਰੀਵੈਂਟ ਕਰਨ ਲਈ ਆਪਾਂ ਤਿੰਨ ਮੇਨ ਮੈਥਡਸ ਯੂਜ਼ ਕਰਦੇ ਹਾਂ। ਜਿਹੜਾ ਮੋਸਟ ਕਾਮਨ ਮੈਥਡ ਆਪਣੇ ਘਰਾਂ 'ਚ ਯੂਜ਼ ਹੁੰਦਾ ਹੈ ਆਪਾਂ ਉਸ ਦੇ ਉੱਪਰ ਪੇਂਟ ਕਰ ਦਿੰਦੇ ਹਾਂ ਹੈ ਨਾ। ਦ ਪੇਂਟ ਪ੍ਰੀਵੈਂਟਸ ਇਟਸ ਕੰਟੈਕਟ ਵਿਦ 에ਅਰ, ਤਾਂ ਕਰਕੇ ਕਰੋਜਨ ਰੁਕ ਜਾਂਦੀ ਹੈ, ਰਸਟਿੰਗ ਰੁਕ ਜਾਂਦੀ ਹੈ। ਸੈਕੰਡ ਮੈਥਡ ਜੋ ਆਪਾਂ ਯੂਜ਼ ਕਰਦੇ ਹਾਂ ਬੱਚੇ ਦੈਟ ਇਜ਼ ਗਰੀਜ਼ਿੰਗ ਔਰ ਆਇਲਿੰਗ। थर्ड मैथड ਹੁੰਦਾ ਹੈ ਆਪਾਂ ਉਸ ਨੂੰ ਕਿਸੇ ਐਕਟਿਵ ਮੈਟਲ ਦੇ ਨਾਲ ਕੋਟ ਕਰ ਦਿੰਦੇ ਆ ਜਿਹੜਾ ਉਸ ਤੋਂ ਵੀ ਜ਼ਿਆਦਾ ਰਿਐਕਟਿਵ ਹੋਵੇ ਲਾਈਕ ਜ਼ਿੰਕ। ਹੁਣ ਜਦੋਂ ਆਪਾਂ ਜ਼ਿੰਕ ਦੇ ਨਾਲ ਆਇਰਨ ਨੂੰ ਕੋਟ ਕਰ ਦਾਂਗੇ ਤਾਂ ਜ਼ਿੰਕ ਖਰਾਬ ਹੋਊਗਾ ਨਾ ਕਿ ਆਪਣਾ ਆਇਰਨ। ਜਦੋਂ ਤੱਕ ਜ਼ਿੰਕ ਦੀ ਲੇਅਰ ਖਰਾਬ ਹੋਊਗੀ ਉਦੋਂ ਤੱਕ ਮਤਲਬ ਖਤਮ ਹੋਊਗੀ ਉਦੋਂ ਤੱਕ ਆਪਾਂ ਦੁਬਾਰਾ ਫੇਰ ਉਸ ਨੂੰ ਜ਼ਿੰਕ ਦੇ ਨਾਲ ਕੋਟ ਕਰਵਾ ਦਾਂਗੇ ਐਂਡ ਦੈਟ ਪ੍ਰੋਟੈਕਸ਼ਨ ਇਜ਼ ਨੋਨ ਐਜ਼ ਗੈਲਵਨਾਈਜੇਸ਼ਨ। ਠੀਕ ਹੈ। ਐਂਡ ਸੋ ਹੁਣ ਤੁਸੀਂ ਕਹੋਗੇ ਕਿ ਵਾਈ ਆਈ ਐਮ ਡਿਸਕਸਿੰਗ ਗੈਲਵਨਾਈਜੇਸ਼ਨ ਹੇਅਰ ਹੈ ਨਾ, ਕਿ ਗੈਲਵਨਾਈਜੇਸ਼ਨ ਦਾ ਇੱਥੇ ਕੀ ਰੋਲ ਆਇਆ, ਤਾਂ ਆਪਾਂ ਜ਼ਿੰਕ ਨੂੰ ਡਿਸਕਸ ਕੀਤਾ ਹੈ। ਤਾਂ ਬੱਚੇ ਜਦੋਂ ਉਹੀ ਆਇਰਨ ਇੱਕ ਕਨਸਟੈਂਟ ਕੰਟੈਕਟ ਵਿਦ ਵਾਟਰ ਰਹਿਣਾ ਹੋਵੇ, ਠੀਕ ਹੈ ਨਾ, ਲਾਈਕ ਫੋਰ ਐਗਜ਼ਾਮਪਲ ਅੰਡਰਗਰਾਉਂਡ ਵਾਟਰ ਪਾਈਪਸ, ਤਾਂ ਉਦੋਂ ਆਪਾਂ ਜ਼ਿੰਕ ਤੋਂ ਵੀ ਜ਼ਿਆਦਾ ਐਕਟਿਵ ਮੈਟਲ ਯੂਜ਼ ਕਰਦੇ ਹਾਂ ਨੋਨ ਐਜ਼ ਮੈਗਨੀਸ਼ੀਅਮ। ਸੋ ਮੈਗਨੀਸ਼ੀਅਮ ਦੇ ਨਾਲ ਕੋਟ ਕਰਕੇ ਆਪਾਂ आयरन ਨੂੰ ਪ੍ਰੋਟੈਕਟ ਕਰਦੇ ਹਾਂ from rusting। so magnesium is used to prevent the rusting of iron
ਐਂਡ ਇਸ ਨੂੰ ਆਪਾਂ ਕਹਿੰਦੇ ਕੀ ਹੈ ਬੱਚੇ, ਸਾਇੰਸ ਦੀ ਲੈਂਗੁਏਜ ਦਿਸ ਟਰਮ ਇਜ਼ ਕਾਲਡ ਸੈਕਰੀਫਾਈਸ਼ੀਅਲ ਪ੍ਰੋਟੈਕਸ਼ਨ। ਸੈਕਰੀਫਾਈਸ਼ੀਅਲ ਪ੍ਰੋਟੈਕਸ਼ਨ ਕਿਉਂ? ਕਿਉਂਕਿ ਜਿੰਨੀ ਦੇਰ ਤੱਕ ਮੈਗਨੀਸ਼ੀਅਮ ਉਹਦੇ ਉੱਪਰ ਹੈਗਾ ਉਨੀ ਦੇਰ ਤੱਕ ਆਇਰਨ ਨੂੰ ਕੁਝ ਨਹੀਂ ਹੋਣਾ। ਕੌਣ ਖਰਾਬ ਹੋਊਗਾ? ਮੈਗਨੀਸ਼ੀਅਮ। ਦਿਸ ਇਜ਼ ਵਾਟ ਯੂ ਮੀਨ ਬਾਈ ਸੈਕਰੀਫਾਈਸ, ਹੈ ਨਾ? ਕਿਸੇ ਹੋਰ ਲਈ ਆਪਦੇ ਆਪ ਨੂੰ ਖਤਮ ਕਰਨਾ, ਉਹਨੂੰ ਆਪਾਂ ਸੈਕਰੀਫਾਈਸ ਕਹਿੰਦੇ ਹੁੰਦੇ ਹਾਂ, ਠੀਕ ਹੈ ਨਾ? ਸੋ this is about the sacrificial protection of iron. Next important use, treatment of acidity in stomach। हाँ जी, अपने घरां च commonly acidity ਲਈ ਸਭ ਤੋਂ ਮੇਨ ਦਵਾਈ ਕਿਹੜੀ ਹੁੰਦੀ ਹੈ? ਇਨੋ। ਸਭ ਤੋਂ ਪਹਿਲਾਂ ਆਪਾਂ ਇਨੋ ਲੈਂਦੇ ਹਾਂ। ਅਗਰ ਇਨੋ ਵੀ ਕੰਮ ਨਾ ਕਰੇ ਤਾਂ ਹਰ ਇੱਕ ਦੇ ਰੈਫਰੀਜਰੇਟਰ ਦੇ ਵਿੱਚ ਇੱਕ ਪਿੰਕ ਜੀ ਬੋਟਲ ਹੁੰਦੀ ਹੈ, ਸਭ ਨੂੰ ਪਤਾ ਹੋਊਗਾ, ਜਿਹਦੇ ਉੱਪਰ ਲਿਖਿਆ ਹੁੰਦਾ ਹੈ ਜੈਲੂਸਿਲ ਜਾਂ ਐਸੀਗਾਰਡ। ਸਭ ਨੂੰ ਪਤਾ ਹੋਊਗਾ ਆਈ ਹੋਪ, ਹੈ ਨਾ? ਅਗਰ ਨਹੀਂ ਵੀ ਪਤਾ ਤਾਂ ਆਪਣੇ ਪੈਰੈਂਟਸ ਨੂੰ ਪੁੱਛ ਲਓ। ਤਾਂ ਅਗਰ ਤੁਸੀਂ ਆਪਣੇ ਪੈਰੈਂਟਸ ਨੂੰ ਕੁਐਸਚਨ ਕਰੋਗੇ ਬੱਚੇ ਕਿ ਐਸਿਡਿਟੀ ਲਈ ਸਭ ਤੋਂ ਕਾਮਨ ਮੈਡੀਸਨ ਕਿਹੜੀ ਹੈ, ਤਾਂ ਉਹ ਨਾਲ ਦੀ ਨਾਲ ਆਨਸਰ ਕਰਨਗੇ ਕਿ ਜੈਲੂਸਿਲ। ਜੈਲੂਸਿਲ ਦੀ ਬੋਟਲ ਆਈ ਥਿੰਕ 90% ਹੋਮਸ ਦੇ ਵਿੱਚ ਰੈਫਰੀਜਰੇਟਰ 'ਚ ਪਈ ਹੋਊਗੀ, ਠੀਕ ਹੈ? ਜੈਲੂਸਿਲ ਬੱਚੇ ਪਿੰਕ ਜੇ ਕਲਰ ਦੀ ਬੋਟਲ ਹੁੰਦੀ ਹੈ, ਉਹਦੇ ਉੱਪਰ ਤੁਸੀਂ ਨਾ ਉਸਦੇ ਐਕਟਿਵ ਕਨਸਟੀਚੂਐਂਟਸ ਪੜ੍ਹਿਓ ਕਿ ਕਿਸ ਕਿਸ ਤੋਂ ਬਣੀ ਹੋਈ ਹੈ। ਤਾਂ ਆਈ ਥਿੰਕ ਇੱਕ ਸਾਈਮੈਥੀਕੋਨ ਨੂੰ ਛੱਡ ਕੇ ਬਾਕੀ ਸਾਰੇ ਤੁਸੀਂ ਸੁਣੇ ਹੋਏ ਆ। ਕਿਹੜੇ ਕਿਹੜੇ ਆ ਦੇਖੋ ਮੈਂ ਦੱਸਦਾ। ਮੈਗਨੀਸ਼ੀਅਮ ਹਾਈਡਰੋਕਸਾਈਡ, ਐਲੂਮੀਨੀਅਮ ਹਾਈਡਰੋਕਸਾਈਡ, ਮੈਗਨੀਸ਼ੀਅਮ ਫਾਸਫੇਟ ਐਟਸੈਟਰਾ। ਤਾਂ ਇਹ ਸਾਰੇ ਕੀ ਨੇ? ਬੇਸਿਸ। ਆਪਾਂ ਯੂਜ਼ ਕਿਹਦੇ ਲਈ ਕਰ ਰਹੇ ਹਾਂ? ਐਸਿਡਿਟੀ ਲਈ। ਜਦੋਂ ਤੁਹਾਡੇ ਪੇਟ 'ਚ ਐਸਿਡਿਟੀ ਹੋਈ ਵੀ ਹੈ, ਮਤਲਬ HCl ਜ਼ਿਆਦਾ ਹੋਇਆ ਹੋਇਆ ਹੈ, ਤੁਸੀਂ ਜੈਲੂਸਿਲ ਪੀਓ, ਉਹਦੇ ਵਿੱਚ ਕੀ ਨੇ? ਬੇਸ। ਉਹ ਅੰਦਰ ਜਾ ਕੇ ਐਸਿਡ ਨੂੰ ਕੀ ਕਰ ਦੇਣਗੇ? ਨਿਊਟਰਲਾਈਜ਼। ਕੀ ਬਣ ਜਾਊਗਾ? ਸਾਲਟ ਪਲੱਸ ਵਾਟਰ। ਸੋ ਤੁਹਾਨੂੰ ਐਸਿਡਿਟੀ ਤੋਂ ਕੀ ਮਿਲੂਗੀ ਬੱਚੇ? ਰਾਹਤ। ਸੋ ਇਹਨੂੰ ਆਪਾਂ ਕਹਿੰਦੇ ਆ ਮਿਲਕ ਆਫ ਮੈਗਨੀਸ਼ੀਆ। ਦੇਖੋ ਬੱਚੇ, ਮੈਗਨੀਸ਼ੀਅਮ ਹਾਈਡਰੋਕਸਾਈਡ, ਠੀਕ ਹੈ, ਇੱਕ ਵਾਈਟ ਕਲਰ ਦਾ ਲਿਕੁਇਡ ਬਣ ਜਾਂਦਾ ਹੈ ਐਂਡ ਦੈਟ ਇਜ਼ ਵਾਈ ਇਸ ਨੂੰ ਆਪਾਂ ਬੋਲਦੇ ਆ ਮਿਲਕ ਆਫ ਮੈਗਨੀਸ਼ੀਆ। ਸੋ ਆਪਾਂ ਲਿਖਦੇ ਹਾਂ ਕਿ ਮਿਲਕ ਆਫ ਮੈਗਨੀਸ਼ੀਆ ਇਜ਼ ਯੂਜ਼ਡ ਇਨ ਦ ਟ੍ਰੀਟਮੈਂਟ ਆਫ ਐਸਿਡਿਟੀ ਆਫ ਸਟੋਮਕ ਬੱਚੇ, ਠੀਕ ਹੈ ਨਾ? ਹਾਂਜੀ, ਜਿਹੜੇ ਕਾਰਬੋਨੇਟਸ ਹੁੰਦੇ ਆ, calcium carbonate, magnesium carbonate, they are the components of toothpastes. They are the components of toothpastes. ਇਹ ਉੱਥੇ ਕੀ ਰੋਲ ਪਲੇ ਕਰਦੇ ਆ ਬੱਚੇ? Their role is as abrasives. Abrasives ਮਤਲਬ ਬੱਚੇ ਰਗੜ ਪ੍ਰੋਵਾਈਡ ਕਰਨਾ। ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਬੱਚਿਆਂ ਲਈ ਟੂਥਪੇਸਟ ਆਉਂਦੇ ਨੇ, ਹੈ ਨਾ, ਤੁਸੀਂ ਕਦੇ ਚੈੱਕ ਕਰਿਓ, ਉਹਦੇ ਨਾਲ ਤੁਸੀਂ ਬ੍ਰਸ਼ ਕਰਕੇ ਦੇਖਿਓ ਟੀਥ, ਤੁਹਾਨੂੰ ਲੱਗੇਗਾ ਕਿ ਸਮਥਿੰਗ ਇਜ਼ ਮਿਸਿੰਗ। ਦ ਰੀਜ਼ਨ ਬੀਇੰਗ ਕਿ ਉਹਨਾਂ ਦੇ ਵਿੱਚ ਐਬਰੇਸਿਵਸ ਨਹੀਂ ਹੁੰਦੇ, ਹੈ ਨਾ? ਉਹਦਾ ਜਸਟ ਫਲੇਵਰਡ, ਜਿੱਦਾਂ ਚੁਇੰਗਮਸ ਹੁੰਦੀਆਂ ਨੇ, ਬੇਸਿਕਲੀ ਫਲੇਵਰਡ ਪੇਸਟ ਹੁੰਦੇ ਨੇ ਕਿ ਬੱਚੇ ਨੂੰ ਟੂਥਬ੍ਰਸ਼ ਕਰਨਾ ਆ ਜਾਵੇ। ਅਦਰਵਾਈਜ਼ ਉਹਦੇ ਵਿੱਚ ਐਬਰੇਸਿਵਸ ਨਹੀਂ ਹੁੰਦੇ, ਕਿਉਂਕਿ ਬੱਚਿਆਂ ਦੇ ਹਲੇ ਟੀਥ ਚੰਗੀ ਤਰ੍ਹਾਂ ਡਿਵੈਲਪ ਨਹੀਂ ਹੁੰਦੇ, ਗਮਸ ਡਿਵੈਲਪ ਨਹੀਂ ਹੁੰਦੇ, ਤਾਂ ਇਹ ਉਸ ਨੂੰ ਨੁਕਸਾਨ ਕਰ ਸਕਦੇ ਆ। ਜਦਕਿ ਆਪਾਂ, ਠੀਕ ਹੈ ਨਾ, ਜਦੋਂ ਗਰੋਇੰਗ ਏਜ ਦੇ, ਜਦੋਂ ਗਰੋਨ ਅਪ ਏਜ 'ਚ ਹੁੰਦੇ ਆ, ਤਾਂ ਉਦੋਂ ਬਾਅਦ 'ਚ ਜਿਹੜੇ ਆਪਣੇ ਟੂਥਪੇਸਟ ਹੁੰਦੇ ਨੇ ਉਹਨਾਂ ਦੇ ਵਿੱਚ ਐਬਰੇਸਿਵਸ ਹੁੰਦੇ ਨੇ, ਕੈਲਸ਼ੀਅਮ ਕਾਰਬੋਨੇਟ, ਮੈਗਨੀਸ਼ੀਅਮ ਕਾਰਬੋਨੇਟ, ਜਿਹੜੇ ਕਿ ਉਸ ਨੂੰ ਰਗੜ ਦਿੰਦੇ ਆ ਤਾਂ ਕਿ ਟੀਥ ਚੰਗੀ ਤਰ੍ਹਾਂ ਸਾਫ਼ ਹੋ ਸਕਣ, ਠੀਕ ਹੈ ਨਾ? ਐਂਡ ਫਾਈਨਲੀ ਰੇਡੀਅਮ ਇੱਕ ਰੇਡੀਓਐਕਟਿਵ ਐਲੀਮੈਂਟ ਹੈ, ਠੀਕ ਹੈ? Radioactive element will emit alpha rays, gamma rays, beta rays, high energy rays. So it is used in the treatment of cancer by radiotherapy. ठीक है ना? ਹੁੰਦਾ ਨਾ ਕਿ ਜਦੋਂ ਕਿਸੇ ਇਨਸਾਨ ਨੂੰ ਕੈਂਸਰ ਹੋ ਜਾਂਦਾ ਬੱਚੇ, ਇੱਕ ਤਾਂ ਉਸ ਨੂੰ ਕੀਮੋਥੈਰੇਪੀ ਦਿੱਤੀ ਜਾਂਦੀ ਹੈ। ਕੀਮੋਥੈਰੇਪੀ ਇਜ਼ ਨਥਿੰਗ ਬਟ ਮੈਡੀਸਿਨਸ। ਦੇਖੋ, ਥੈਰੇਪੀ ਦਾ ਮਤਲਬ ਟ੍ਰੀਟਮੈਂਟ, ਕੀਮੋ ਦਾ ਮਤਲਬ ਕੈਮੀਕਲਸ। ਸੋ ਮੈਡੀਸਿਨ ਦੀ ਹੈਲਪ ਨਾਲ ਟ੍ਰੀਟ ਕਰਨਾ। ਉੱਥੇ ਉਹਨੂੰ ਕੋਈ ਬਹੁਤ ਜ਼ਿਆਦਾ ਖਤਰਨਾਕ ਇਲਾਜ ਨਹੀਂ ਕੀਤਾ ਜਾਂਦਾ, ਸਿਰਫ ਬਸ ਆਇਆ ਕਿ ਵੈਰੀ ਹਾਈ ਡੋਜ਼ਸ 'ਚ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ ਜਿਹਦੇ ਨਾਲ ਉਹਦੀ ਬੋਡੀ ਦੇ ਜਿਹੜੇ ਕੈਂਸਰਸ ਸੈਲਸ ਨੇ ਉਹ ਖਤਮ ਹੋ ਜਾਂਦੇ ਨੇ, ਠੀਕ ਹੈ ਨਾ? ਤੇ ਜਿੱਥੇ ਕੀਮੋਥੈਰੇਪੀ, ਜਿੱਥੋਂ ਕੈਂਸਰ ਇੰਨਾ ਫੈਲ ਜਾਵੇ, ਕੀਮੋਥੈਰੇਪੀ ਆਪਾਂ ਨਾਰਮਲੀ ਕਦੋਂ ਯੂਜ਼ ਕਰਦੇ ਹਾਂ? ਜਦੋਂ ਕੈਂਸਰ ਇਜ਼ ਲੋਕੇਟਡ ਇਨ ਅ ਪਾਰਟਿਕੂਲਰ ਆਰਗਨ ਆਫ ਦ ਬੋਡੀ। ਜਦੋਂ ਕੈਂਸਰ ਇੰਨਾ ਫੈਲ ਗਿਆ ਕਿ ਉਹ ਬੋਡੀ 'ਚ ਬਹੁਤ ਜ਼ਿਆਦਾ ਹਰ ਜਗ੍ਹਾ ਤੇ ਫੈਲ ਚੁੱਕਿਆ, ਛੋਟਾ ਹਰ ਜਗ੍ਹਾ ਤੇ, then we mainly prefer radiotherapy ਕਿ ਰੇਜ਼ ਜਾਣਗੀਆਂ,
ਸੈਲਸ ਨੂੰ ਡਿਸਟਰੋਏ ਕਰ ਦਿੰਦੀਆਂ। ਐਂਡ ਰੇਡੀਅਮ ਇਜ਼ ਯੂਜ਼ਡ ਇਨ ਦ ਕੀਮੋਥੈਰੇਪੀ in the radiotherapy for the treatment of cancer. Done, I hope. Clear? Now, so ਹੁਣ ਬੱਚੇ ਆਪਾਂ ਸਟਾਰਟ ਕਰਦੇ ਹਾਂ compounds of alkaline earth metals, and ਜੋ ਪਹਿਲਾ compound ਆਪਾਂ ਡਿਸਕਸ ਕਰਾਂਗੇ that will be magnesium chloride. So ਬੱਚੇ talking about magnesium chloride, so magnesium chloride ਜੋ ਹੁੰਦਾ ਹੈ it exists in the form of 6H2O. ਆਪਾਂ ਨੇ ਕੱਲ ਵੀ ਕੀਤਾ ਸੀ ਨਾ ਕਿ ਨਾਰਮਲੀ ਇਹ ਆਪਣੀ ਹਾਈਡਰੇਟਡ ਫਾਰਮ ਚ ਐਗਜ਼ਿਸਟ ਕਰਦੇ ਨੇ। ਇਹਨਾਂ ਦੀ ਹੀਟ ਆਫ ਹਾਈਡਰੇਸ਼ਨ ਮਤਲਬ ਇਹਨਾਂ ਦੀ ਹਾਈਡਰੇਸ਼ਨ ਬਹੁਤ ਈਜ਼ੀਲੀ ਹੋ ਜਾਂਦੀ ਹੈ, ਠੀਕ ਹੈ ਨਾ। ਸੋ ਦੇਖੋ ਬੱਚੇ, ਪਹਿਲਾਂ ਸਭ ਤੋਂ ਪਹਿਲਾਂ ਪ੍ਰੈਪਰੇਸ਼ਨ ਕਿ ਆਪਾਂ ਮੈਗਨੀਸ਼ੀਅਮ ਕਲੋਰਾਈਡ ਨੂੰ ਪ੍ਰਿਪੇਅਰ ਕਿੱਦਾਂ ਕਰਦੇ ਹਾਂ। ਦੇਖੋ ਕੁਝ ਵੀ ਨਹੀਂ ਹੈ, ਆਪਾਂ ਇਸ ਦਾ ਕਾਮਨਲੀ ਐਗਜ਼ਿਸਟਿੰਗ ਸਾਲਟ ਮੈਗਨੀਸ਼ੀਅਮ ਕਾਰਬੋਨੇਟ ਲੈਂਦੇ ਆ, ਉਸ ਨੂੰ ਟ੍ਰੀਟ ਕਰਦੇ ਆ ਵਿਦ ਡਾਇਲੂਟ HCl। ਸੋ ਦੇਖੋ ਇਹ ਕਿਸ ਤੋਂ ਬਣਿਆ ਹੋਇਆ ਹੈ, ਮੈਗਨੀਸ਼ੀਅਮ ਹਾਈਡਰੋਕਸਾਈਡ ਤੇ ਕਾਰਬੋਨਿਕ ਐਸਿਡ। ਕਾਰਬੋਨਿਕ ਐਸਿਡ ਇੱਕ ਵੀਕ ਐਸਿਡ ਹੈ, ਆਪਾਂ ਸਟਰੋਂਗ ਐਸਿਡ ਪਾਤਾ, ਇਹ ਕੀ ਕਰੂਗਾ ਖੁਦ ਦਾ ਬਣਾ ਲੂਗਾ ਸਾਲਟ ਤੇ ਕਾਰਬੋਨਿਕ ਐਸਿਡ ਨੂੰ ਬਾਹਰ ਕੱਢ ਦੂਗਾ ਇਨ ਦ ਫਾਰਮ ਆਫ CO2 ਐਂਡ ਵਾਟਰ। ਡਨ। ਹੁਣ ਜਿਹੜਾ ਆਹ ਮੈਗਨੀਸ਼ੀਅਮ ਕਲੋਰਾਈਡ ਬਣ ਗਿਆ, ਇਸ ਦੇ ਨਾਲ ਵਾਟਰ ਤਾਂ ਇਹ ਆਟੋਮੈਟਿਕਲੀ ਐਬਜ਼ੌਰਬ ਕਰ ਲੂਗਾ and will get converted into MgCl2.6H2O. ठीक है? So this is how we prepare magnesium chloride. Clear? Done? Now, ਹੁਣ ਬੱਚੇ ਜੋ ਸੈਕੰਡ ਚੀਜ਼ ਆਪਾਂ ਨੇ ਧਿਆਨ ਚ ਰੱਖਣੀ ਹੈ, ਠੀਕ ਹੈ ਨਾ। ਹੁਣ ਸਪੋਜ਼ ਆਪਾਂ ਨੂੰ ਕੁਐਸਚਨ ਆ ਜਾਂਦਾ ਹੈ ਕਿ can we prepare anhydrous magnesium chloride? अच्छा, पहला तो क्वेश्चन आ सकता है कि हाउ टू प्रिपेयर एनहाइड्रस मैग्नीशियम क्लोराइड। तो बस इस स्टेज पे रिएक्शन ਨੂੰ रोक दो, ठीक है। हाइड्रेट नहीं होने देना, क्योंकि कई बार बच्चे की लिख देते हैं कि अगर मैं इसको हीट कर दूंगा तो वाटर मॉलिक्यूल्स उड़ जाएंगे तो मेरे को रह जाएगा MgCl2, ठीक है ना। जिवें कि ਆਪਾਂ ਕਾਪਰ ਸਲਫੇਟ ਚ ਕਰਦੇ ਹੁੰਦੇ ਆ। ਦੇਖੋ ਇੱਧਰ ਵਾਟਰ ਆਫ ਹਾਈਡਰੇਸ਼ਨ ਦੀ ਸਭ ਤੋਂ ਕਾਮਨ ਐਗਜ਼ਾਮਪਲ ਕੈਮਿਸਟਰੀ ਚ ਇਹੀ ਹੈ। ਕਾਪਰ ਸਲਫੇਟ ਵਾਈਟ ਇਨ ਕਲਰ ਹੁੰਦਾ ਹੈ, ਤੁਸੀਂ ਇਸ ਨੂੰ ਐਟਮੋਸਫੇਅਰ ਚ ਰੱਖ ਦਿਓ, ਇਹਦਾ ਕਲਰ ਹੌਲੀ ਹੌਲੀ ਬਲੂ ਹੋ ਜਾਂਦਾ ਹੈ। ਕਿਉਂ? ਕਿਉਂਕਿ ਇਹ 5 ਵਾਟਰ ਮੋਲੀਕਿਊਲਸ ਐਬਜ਼ੌਰਬ ਕਰ ਲੂਗਾ। ਸੋ ਕਾਪਰ ਸਲਫੇਟ ਇਜ਼ ਵਾਈਟ, ਹਾਈਡਰੇਟਡ ਕਾਪਰ ਸਲਫੇਟ ਇਜ਼ ਬਲੂ ਇਨ ਕਲਰ। ਮਤਲਬ ਇਹ ਸਭ ਤੋਂ ਕਾਮਨ ਐਗਜ਼ਾਮਪਲ ਹੈ। ਅਗਰ ਤੁਸੀਂ ਦੁਬਾਰਾ ਇਸ ਦਾ ਵਾਟਰ ਆਫ ਕ੍ਰਿਸਟਲਾਈਜੇਸ਼ਨ ਉਡਾਣਾ ਹੈ, ਮਤਲਬ ਦਿਸ ਵਾਟਰ ਇਜ਼ ਨੋਨ ਐਜ਼ ਵਾਟਰ ਆਫ ਕ੍ਰਿਸਟਲਾਈਜੇਸ਼ਨ, ਤਾਂ ਤੁਸੀਂ ਇਹਨੂੰ ਹੀਟ ਕਰ ਦਿਓ, ਹੀਟ ਕਰਕੇ ਦੁਬਾਰਾ ਪਾਣੀ ਉੜ ਜਾਊਗਾ ਐਂਡ ਸਾਡੇ ਕੋਲ ਐਨਹਾਈਡਰਸ ਕਾਪਰ ਸਲਫੇਟ ਰਹਿ ਜਾਊਗਾ। ਮਤਲਬ ਮੋਸਟ ਕਾਮਨਲੀ ਆਈ ਹੁੰਦਾ ਕਿ ਅਗਰ ਆਪਾਂ ਨੇ ਡਰਾਈ ਸਾਲਟ ਬਣਾਉਣਾ ਹੈ, ਹੁਣ ਦੇਖੋ ਸੋਡੀਅਮ ਕਲੋਰਾਈਡ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਕੱਲ ਦੇ ਮੌਸਮ ਦੇ ਵਿੱਚ ਸੋਡੀਅਮ ਕਲੋਰਾਈਡ ਇਹ ਸਭ ਕੁਝ ਕੀ ਹੋ ਜਾਂਦਾ ਹੈ, ਮੋਇਸਟ ਹੋ ਜਾਂਦਾ ਹੈ, ਗਿੱਲਾ ਜਿਹਾ ਹੋ ਜਾਂਦਾ ਨਾ। ਤੁਸੀਂ ਉਹਨੂੰ ਮਾਈਕ੍ਰੋਵੇਵ 'ਚ ਰੱਖ ਦਿਓ, ਦੁਬਾਰਾ ਫਿਰ ਡਰਾਈ ਹੋ ਜਾਊਗਾ, ਠੀਕ ਹੈ। ਨਾਓ ਹੁਣ ਆਪਾਂ ਨੂੰ ਐਗਜ਼ਾਮ 'ਚ ਇਹ ਕੁਐਸਚਨ ਆ ਸਕਦਾ ਹੈ ਕਿ ਕੈਨ ਵੀ ਪ੍ਰਿਪੇਅਰ ਐਨਹਾਈਡਰਸ मैग्नीशियम क्लोराइड by heating hydrated magnesium chloride। तो अपना आंसर होना चाहिए नो, ठीक है। देखो इधर बच्चे, सो आप इसको पढ़ांगे अंडर द इफेक्ट ऑफ हीट। सो जो आप मैग्नीशियम क्लोराइड डॉट 6H2O ਨੂੰ ਹੀਟ ਕਰਾਂਗੇ ਤਾਂ ਕੀ ਹੋਊਗਾ। ਦੇਖੋ ਬੱਚੇ, सो दिस इज मैग्नीशियम क्लोराइड डॉट 6H2O। ਜਦੋਂ ਆਪਾਂ ਇਸ ਨੂੰ ਹੀਟ ਕਰਾਂਗੇ, ਠੀਕ ਹੈ, ਹੀਟ ਕਰਨ ਦੇ ਬੱਚੇ ਫਰਸਟ ਹੀਟ ਤੇ ਆਪਣੇ ਕੋਲ 5 ਵਾਟਰ ਮੋਲੀਕਿਊਲਸ ਉੜ ਜਾਣਗੇ and we'll be left with magnesium chloride dot H2O। clear, ठीक है। ਉਸ ਤੋਂ ਬਾਅਦ अगर ਤੁਸੀਂ फर्दर हीट करोगे तो एक H इथों एक Cl इथों HCl बाहर और अपने कोल की बच गया, देखो Mg, इधरों की बच गया OH, इधरों Cl। दिस इज नोन एज बेसिक मैग्नीशियम क्लोराइड, ठीक है। इन्हों ਆਪਾਂ ਕੀ ਕਹਿੰਦੇ ਆ, बेसिक मैग्नीशियम क्लोराइड, क्योंकि एक OH आ गया। ਹੁਣ ਅਗਰ ਤੁਸੀਂ ਇਹਨੂੰ ਫਰਦਰ ਹੀਟ ਕਰੋਗੇ, ਇੱਕ H ਇੱਥੋਂ Cl ਇੱਥੋਂ HCl ਆਊਟ
ਤੇ ਬੱਚੇ ਮੇਰੇ ਕੋਲ ਕੀ ਬਚਿਆ MgO, ठीक है ना। सो अगर मैं हाइड्रेटेड मैग्नीशियम क्लोराइड ਨੂੰ ਹੀਟ ਕਰੂੰਗਾ ਤਾਂ ਮੇਰੇ ਕੋਲ ਮੈਗਨੀਸ਼ੀਅਮ ਆਕਸਾਈਡ ਬਣੂਗਾ, ਨਾ ਕਿ ਐਨਹਾਈਡਰਸ ਮੈਗਨੀਸ਼ੀਅਮ क्लोराइड। सो अपना आंसर ਕੀ होगा कि नो, we cannot prepare anhydrous magnesium chloride by heating hydrated magnesium chloride, because when we heat magnesium chloride it leads to the formation of magnesium oxide, ना कि magnesium chloride, and फिर आप ये reactions लिख देंगे बच्चे, क्लियर है ना। नाउ सो अपने कोल मोस्ट कॉमनली आप इसको यूज किथे करते हैं बच्चे, ठीक है ना। नाउ थर्ड इज कि सब तो कॉमन यूज मैग्नीशियम क्लोराइड ਦੀ ਕਿੱਥੇ ਹੈ। ਸੋ ਵੈਰੀ 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 ਇੰਪੋਰਟੈਂਟ, ਤੁਸੀਂ ਕਾਮਨਲੀ ਦੇਖਿਆ ਵੀ ਹੋਊਗਾ, ਆਪਾਂ ਇਸ ਨੂੰ ਯੂਜ਼ ਕਰਦੇ ਹਾਂ ਇਹਦੇ ਵਿੱਚ ਐਡ ਕਰਕੇ ਮੈਗਨੀਸ਼ੀਅਮ ਆਕਸਾਈਡ। ਸੋ ਧਿਆਨ ਨਾਲ ਦੇਖੋ, ਜਦੋਂ ਆਪਾਂ ਇਹਦੇ ਵਿੱਚ ਮੈਗਨੀਸ਼ੀਅਮ ਆਕਸਾਈਡ ਮਿਕਸ ਕਰਦੇ ਹਾਂ ਆਪਣੇ ਕੋਲ ਇੱਕ ਕੰਪਾਊਂਡ ਬਣ ਜਾਂਦਾ ਹੈ MgCl2 ਡਾਟ, 5 ਮੋਲੀਕਿਊਲਸ ਐਡ ਹੋ ਜਾਂਦੇ ਨੇ MgO ਦੇ, ਤੇ ਕੁਝ ਵਾਟਰ ਮੋਲੀਕਿਊਲਸ ਐਡ ਹੋ ਜਾਂਦੇ ਆ, एंड ਜਿਹੜਾ ਇਹ ਕੰਪੋਜੀਸ਼ਨ ਬਣ ਗਿਆ, this composition is known as, so very important ਬੱਚੇ, वैसे भी प्रैक्टिकल यूज दा, this composition is known as Sorel's cement, ठीक है। so Sorel cement की है MgCl2.5H2O.XH2O, ठीक है। now किथे यूज ਹੁੰਦਾ बच्चे, वेरी 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 इंपॉर्टेंट ਤੇ वेरी प्रैक्टिकल, हर एक ने अपनी रियल लाइफ च देखा हुआ है या सुनया हुआ है। देखो नंबर 1, फिलिंग ऑफ टीथ, ठीक है। ਜਦੋਂ ਕਈ ਵਾਰ ਦੰਦ ਚ ਕੀੜਾ ਲੱਗ ਜਾਂਦਾ ਹੈ ਜਾਂ ਕੋਈ ਸੋਰੋਸਿਸ ਹੋ ਜਾਂਦੀ ਹੈ, मतलब ਹੋਲ ਹੋ ਜਾਂਦਾ ਹੈ ਟੀਥ ਦੇ ਵਿੱਚ, ਤੇ ਡਾਕਟਰਸ ਕੀ ਕਰਦੇ ਆ, ਡੈਂਟਿਸਟ ਕੀ ਕਰਦੇ ਨੇ, ਉਹ ਤੁਸੀਂ ਦੇਖਿਆ ਹੋਵੇਗਾ, ਇੱਕ ਵਾਈਟ ਜਾਂ ਪਾਊਡਰ ਲੈ ਕੇ ਉਸ ਨੂੰ ਵੈਟ ਕਰਕੇ ਉਹਦਾ ਮਤਲਬ ਇੱਕ ਮਿਕਸਚਰ ਜਿਹਾ ਬਣਾ ਕੇ ਉਹਨੂੰ ਟਿੱਥ ਦੇ ਵਿੱਚ ਫਿਲ ਕਰ ਦਿੰਦੇ ਆ, ਤੇ ਉਸ ਤੋਂ ਬਾਅਦ ਉਹ ਜਦੋਂ ਜੰਮ ਜਾਂਦਾ ਹੈ ਇਟ ਬਿਹੇਵਸ ਐਜ਼ ਅ ਨਾਰਮਲ ਟੁੱਥ, ਠੀਕ ਹੈ ਨਾ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਟੁੱਥ ਦੀ ਫਿਲਿੰਗ ਹੋਈ ਵੀ ਹੈ। ਸੋ ਦੇਖੋ ਤੁਸੀਂ ਉਹ ਕਿੰਨੀ ਹਾਰਡਨੈਸ ਪ੍ਰੋਵਾਈਡ ਕਰ ਰਿਹਾ ਹੈ, that is known as Sorel's cement। ਨੰਬਰ 2, ਆਪਾਂ ਹੋਰ ਬੱਚੇ Sorel's cement ਨੂੰ किथे यूज करते हैं। सो रिपेयर ऑफ पोर्सलिन डिशेस, चलो मैं दस दिया सुनो, मतलब ये भी एक बहुत प्रैक्टिकल यूज है, सबनों पता है, अगर नहीं पता तो अपने पेरेंट्स नू या मदर्स नू पूछियो। अपने हर दे घरां च एक बर्तन होंगे ने जिन्हें आप कहते हैं चीनी के बर्तन, सुने होंगे ना, वाइट कलर के जिन्हें मिट्टी दी प्लेटा कहते हैं चीनी के बर्तन, नीचे गिरे तो गिर के टुट जाते हैं वो, है ना, तो काफ़ी हैवी होंगे ने, है ना। एक तो देखो आप मोस्ट कॉमनली घर स्टील के बर्तन यूज करते हैं, एक होंगे ने जिहड़े अनब्रेकेबल प्लास्टिक टाइप जे, एक होंगे ने हैवी हैवी चीनी के बर्तन, ठीक है ना। तो अगर कोई वो ऐदा का बर्तन अपने तो गलती नाल गिर के वो क्रैक आ जाता है या टुट जाता है, ਤੇ ਉਸ ਨੂੰ ਰਿਪੇਅਰ ਕਰਨ ਦੇ ਵੀ ਕੰਮ ਆਊਗਾ ਤੁਹਾਡੇ ਕੋਲ। ਅਗਰ ਦੇਖੋ ਅਗਰ ਤਾਂ ਟੁਕੜੇ ਟੁਕੜੇ ਹੀ ਹੋ ਗਿਆ ਬੱਚੇ, ਫਿਰ ਤਾਂ ਇੱਕ ਵੱਖਰੀ ਗੱਲ ਹੈ, ਹਨਾ, ਦੈਨ ਇਟ ਇਜ਼ ਟੋਟਲੀ ਡਿਫਰੈਂਟ। ਅਦਰਵਾਈਜ਼ ਤੁਸੀਂ ਕੀ ਕਰ ਸਕਦੇ ਹੋ, ਅਗਰ ਇੱਕ ਪਲੇਟ ਐਦਾਂ ਵਿਚਾਲੋਂ ਕ੍ਰੈਕ ਹੋ ਗਈ, ਤੁਸੀਂ ਇੱਥੇ ਸੋਰਲ ਸੀਮੈਂਟ ਲਗਾਓ, ਦੂਸਰੇ ਪਾਰਟ ਨੂੰ ਐ ਜੋੜ ਦਿਓ ਤੇ ਉਹਨੂੰ ਐਦਾਂ ਹੀ ਪਿਆ ਰਹਿਣ ਦਿਓ, ਠੀਕ ਹੈ, ਤੇ ਥੋੜਾ ਬਹੁਤ ਉਹਦੇ ਗੈਪ 'ਚ ਫਿਲ ਕਰ ਦਿਓ ਪਿਛਲੇ ਸਾਈਡ ਤੋਂ, ਤਾਂ ਬਿਲਕੁਲ ਉਹ ਰਿਪੇਅਰ ਹੋ ਜਾਊਗਾ, ਠੀਕ ਹੈ ਨਾ। So this is the use of Sorel cement, very 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 practical use, दोनों ही practical uses ने, एक filling of teeth and repair of porcelain dishes, clear। and now we shall move on to our next compound। so बच्चे next compound जो अपन ने start करना है that is Epsom salt। जिसको आप कहते हैं मैग्नीशियम सल्फेट डॉट 7H2O, एप्सम सॉल्ट यानी कि मैग्नीशियम सल्फेट डॉट 7H2O। सो देखो बच्चे
सब तो पहला अगेन प्रिपरेशन, सो बिल्कुल सेम वे नाल ਆਪਾਂ प्रिपेयर करांगे। ਆਪਾਂ मैग्नीशियम कार्बोनेट लिया, उसको बच्चे आपने ऐड किया विद H2SO4, ठीक है। सो एक स्ट्रॉन्ग एसिड है, अगेन अपना बना लोगा सॉल्ट, सो मैग्नीशियम सल्फेट बन गया। देखो देखो बच्चे रूल वही है अपना, मैग्नीशियम कार्बोनेट किसका सॉल्ट है, मैग्नीशियम हाइड्रोक्साइड प्लस प्लस कार्बोनिक एसिड। कार्बोनिक एसिड एक वीक एसिड है, एक स्ट्रॉन्ग एसिड, इसने खुद का सॉल्ट बना लिया एंड कार्बोनिक एसिड गोज आउट इन द फॉर्म ऑफ वाटर एंड CO2। क्लियर। सो अपने कोल एप्सम सॉल्ट बन गया, सॉरी मैग्नीशियम सल्फेट बन गया। ये वाटर मॉलिक्यूल्स एब्जॉर्ब करके will get converted into MgSO4.7 waters, ठीक है। अपने कोल एक सेकंड मेथड भी है प्रिपरेशन का, एक मिनरल हुंदा है काइसराइट, जिसका डायरेक्ट फार्मूला की है MgSO4.H2O। सो एक वाटर मॉलिक्यूल तो ਉਹਦੇ ਕੋਲ ऑलरेडी हैगा ही है, सो ਆਪਾਂ सिर्फ उसਨੂੰ मॉइस्ट एटमॉस्फेयर देना है, और 6 वाटर मॉलिक्यूल्स होर एब्जॉर्ब कर लूगा एंड विल गेट कन्वर्टेड इनटू MgSO4.7 वाटर मॉलिक्यूल्स। क्लियर। सो ऐदा ਆਪਾਂ एप्सम सॉल्ट ਨੂੰ ਬੱਚੇ प्रिपेयर कर सकते हैं। हाँ ਹੁਣ थर्ड पॉइंट देखो ਇਹਦੇ ਵਿੱਚ, अगर तुसी एनहाइड्रस एप्सम सॉल्ट प्रिपेयर करना है वो ਆਪਾਂ हीट करके प्रिपेयर कर सकते हैं। सो देखो तुसी MgSO4 लो .7H2O, ਤੁਸੀਂ ਇਸ ਨੂੰ ਹੀਟ ਕਰ ਲਓ। ਜਦੋਂ ਬੱਚੇ ਆਪਾਂ ਇਸ ਨੂੰ ਹੀਟ ਕਰ ਦਾਂਗੇ, ਹੀਟ ਕਰਕੇ ਆਪਣੇ ਕੋਲ ਵਾਟਰ ਮੋਲੀਕਿਊਲਸ ਵਿਲ ਗੋ ਅਵੇ ਤੇ ਆਪਣੇ ਕੋਲ ਰਹਿ ਜਾਊਗਾ ਸਿਰਫ ਔਰ ਸਿਰਫ ਇੱਕ ਡਰਾਈ ਫਲਫੀ ਪਾਊਡਰ, ठीक है। एक ड्राई फ्लफी पाउडर अपने कोल बच चुका। क्लियर, डन। नाउ ਹੁਣ ਆਪਾਂ एप्सम सॉल्ट ਨੂੰ ਕਿੱਥੇ ਕਿੱਥੇ ਯੂਜ਼ ਕਰਦੇ ਹਾਂ। ਨੰਬਰ 1, इट इज यूज्ड इन कॉस्मेटिक लोशंस, ठीक है। जिन्हें ਜਿਹੜੇ ਆਪਣੇ ਕੌਸਮੈਟਿਕ ਲੋਸ਼ਨਸ ਹੁੰਦੇ ਨੇ ਆਪਾਂ ਉਹਨਾਂ 'ਚ ਐਪਸਮ ਸੌਲਟ ਯੂਜ਼ ਕਰਦੇ ਹਾਂ। ਇਹ ਆਪਾਂ ਨੂੰ ਜਿਹੜੀ ਸਕਿਨ ਦਾ ਐਕਸਟਰਾ ਆਇਲਸ ਜਾਂ ਐਕਸਟਰਾ ਮੋਇਸਚਰ ਹੁੰਦਾ ਹੈ ਉਸ ਨੂੰ ਐਬਜ਼ੌਰਬ ਕਰਕੇ ਇੱਕ ਫਰੈਸ਼ ਸਕਿਨ ਦਿੰਦਾ ਹੈ, ਠੀਕ ਹੈ। ਨੰਬਰ 2, it is used as a purgative। purgative बच्चे पेट साफ करने ਲਈ है ना, पेट ਦੀਆਂ ਬਿਮਾਰੀਆਂ ਲਈ ਆਪਾਂ एप्सम सॉल्ट यानी कि मैग्नीशियम सल्फेट ਨੂੰ यूज करते हैं, ठीक है। it is used to prepare fire resistant tiles and finally it is used as a dehydrating agent। dehydrating agent मतलब ਕਿਸੇ ਦੇ ਵਿੱਚੋਂ ਮੋਇਸਚਰ ਐਬਜ਼ੌਰਬ ਕਰਨ ਲਈ। ਇੱਕ ਸਿੰਪਲ ਜੀ ਗੱਲ ਹੈ, ਦੇਖੋ ਇਸ ਦਾ ਖੁਦ ਦਾ ਫਾਰਮੂਲਾ ਕੀ ਹੈ, MgSO4.7H2O, ਯਾਨੀ ਕਿ ਇਹ 7 ਵਾਟਰ ਮੋਲੀਕਿਊਲਸ ਐਬਜ਼ੌਰਬ ਕਰ ਸਕਦਾ ਹੈ। ਸੋ ਜੇ ਤੁਸੀਂ ਐਨਹਾਈਡਰਸ ਮੈਗਨੀਸ਼ੀਅਮ ਸਲਫੇਟ ਲੈ ਕੇ ਕਿਸੇ ਐਸੇ ਕੰਪਾਊਂਡ ਦੇ ਵਿੱਚ ਪਾਓਗੇ ਜਿਹਦੇ ਕੋਲ ਐਕਸਟਰਾ ਮੋਇਸਚਰ ਹੈ, ਇਹ ਉਸ ਦੇ ਵਿੱਚੋਂ ਵਾਟਰ ਮੋਲੀਕਿਊਲਸ ਐਬਜ਼ੌਰਬ ਕਰਕੇ ਉਸ ਨੂੰ ਕੀ ਕਰ ਦੂਗਾ, ਡਰਾਈ, ਠੀਕ ਹੈ ਨਾ। So it is also used as a dehydrating agent, ठीक है। So this is all we need to study about Epsom salt। So बच्चे next compound जो अपन ने study करना है हम, that is called gypsum। Formula is calcium sulfate dot 2H2O। हुणे important है, ध्यान नाल करियो। सो देखो पहला था प्रिपरेशन, अगेन सेम, आपा कैल्शियम क्लोराइड या कैल्शियम कार्बोनेट लवांगे, उस दे विच H2SO4 पावांगे बच्चे। सो देखो एक ही दा सॉल्ट है, कैल्शियम क्लोराइड, कैल्शियम हाइड्रोक्साइड ते HCl दा, एक कैल्शियम हाइड्रोक्साइड ते कार्बोनिक एसिड दा, ठीक है। हुण देखो बच्चे H2SO4 being the stronger acid खुद दा बना लूगा salt, ਤੇ ਜਿਹੜੇ weak acids ਨੇ ਉਹਨਾਂ ਨੂੰ ਕੱਢ ਦੂਗਾ ਬਾਹਰ and done। Clear।
ਸੋ ਆਪਣੇ ਕੋਲ ਕੈਲਸ਼ੀਅਮ ਸਲਫੇਟ ਬਣ ਗਿਆ। ਇਹ ਦੋ ਵਾਟਰ ਮੋਲੀਕਿਊਲਸ ਐਬਜ਼ੌਰਬ ਕਰਕੇ ਕਿਸ ਚ ਕਨਵਰਟ ਹੋ ਜਾਊਗਾ ਇਨਟੂ ਜਿਪਸਮ। ਠੀਕ ਹੈ ਨਾ। ਨਾਓ ਹੁਣ ਜਿਪਸਮ ਬੱਚੇ ਯੂਜ਼ ਕਿੱਥੇ ਹੁੰਦਾ ਹੈ? ਆਪਾਂ ਇਸ ਨੂੰ ਟ੍ਰੀਟਮੈਂਟ ਆਫ ਸੋਇਲ ਚ ਵੀ ਯੂਜ਼ ਕਰਦੇ ਆ। ਠੀਕ ਹੈ ਨਾ, ਸੋਇਲ ਨੂੰ ਸਾਫ਼ ਕਰਨ ਲਈ, ਜ਼ਿਆਦਾ ਉਪਜਾਊ ਬਣਾਉਣ ਲਈ। ਬਟ ਮੇਨਲੀ ਜਿਹੜਾ ਜਿਪਸਮ ਹੈ ਉਹ ਕਿੱਥੇ ਯੂਜ਼ ਹੁੰਦਾ ਹੈ? ਸਾਨੂੰ ਸਭ ਨੂੰ ਪਤਾ ਹੀ ਹੈ ਵੈਸੇ ਤਾਂ। ਸੋ ਇਟ ਇਜ਼ ਯੂਜ਼ਡ ਟੂ ਪ੍ਰਿਪੇਅਰ पीओपी, प्लास्टर ऑफ पेरिस। सबने सुना ही होगा। ठीक है ना। पीओपीज अपने घरां च आम यूज ਹੁੰਦੀਆਂ ਅੱਜ ਕੱਲ ਫਾਲ ਸੀਲਿੰਗ ਵਗੈਰਾ ਲਈ। ਤਾਂ ਪਲਾਸਟਰ ਆਫ ਪੈਰਿਸ ਜੋ ਹੁੰਦਾ ਹੈ ਉਹ ਜਿਪਸਮ ਤੋਂ ਹੀ ਬਣਦਾ ਹੈ। ਦੇਖੋ ਬੱਚੇ ਧਿਆਨ ਨਾਲ, ਪੀਓਪੀ ਦਾ ਫਾਰਮੂਲਾ ਕੀ ਹੁੰਦਾ ਹੈ? ਕੈਲਸ਼ੀਅਮ ਸਲਫੇਟ ਡਾਟ ਹਾਫ H2O, ਯਾਨੀ ਕਿ ਇੱਕ ਕੈਲਸ਼ੀਅਮ ਸਲਫੇਟ ਲਈ ਹਾਫ H2O ਹੈ, ਜਿਵੇਂ ਇੱਥੇ 2 H2O। ਵੈਸੇ ਆਪਾਂ ਇਸ ਨੂੰ ਐ ਲਿਖਦੇ ਹਾਂ, ऐसा नहीं लिखते, we write it as 2 molecules of calcium sulfate dot H2O। ठीक है ना। सो 2 molecules ਲਈ अगर एक है तो एक molecule ਲਈ half हो गया, जिਵੇਂ मर्जी लिख लो। ठीक है। सो both are correct। ਹੁਣ ਦੇਖੋ ਬੱਚੇ POP ਆਪਾਂ ਕਿਵੇਂ ਪ੍ਰਿਪੇਅਰ ਕਰਦੇ ਹਾਂ। ਸੋ ਆਪਾਂ ਕੈਲਸ਼ੀਅਮ ਸਲਫੇਟ ਲੈਂਦੇ ਆ, ਠੀਕ ਹੈ, dot 2H2O when it is allowed to stand। ਦੇਖੋ ਤੁਸੀਂ ਘਰੇ ਦੇਖਿਆ ਹੀ ਹੋਊਗਾ, ਜਦੋਂ ਫਾਲ ਸੀਲਿੰਗ ਜਾਂ ਪੀਓਪੀ ਦੇ ਡਿਜ਼ਾਈਨਸ ਬਣਦੇ ਆ, ਕੀ ਕਰਦੇ ਨੇ ਉਹ ਜਿਹੜਾ ਵਾਈਟ ਪਾਊਡਰ ਹੁੰਦਾ ਹੈ ਉਸ ਨੂੰ ਉਹ ਮਿਕਸ ਕਰਦੇ ਨੇ ਪਾਣੀ 'ਚ। ਫਿਰ ਕੁਝ ਪਾਣੀ ਐਬਜ਼ੌਰਬ ਹੋ ਜਾਂਦਾ ਹੈ, ਕੁਝ ਪਾਣੀ ਕਿਉਂਕਿ ਐਕਸੋਥਰਮਿਕ ਰਿਐਕਸ਼ਨ ਹੈ ਉੜ ਜਾਊਗਾ, ਐਂਡ ਅਲਟੀਮੇਟਲੀ ਯੂ ਵਿਲ ਬੀ ਲੈਫਟ ਵਿਦ calcium sulfate dot half H2O, which is the formula of POP, and it will set into a very hard mass। ठीक है ना। ਉਹ POP ਬਣ ਜੂਗੀ ਬੱਚੇ, ਜਿਹੜੀ ਕਿ ਸੀਮੈਂਟ ਵਾਂਗੂ ਆਪਾਂ ਨੂੰ ਬਿਲਕੁਲ ਹਾਰਡ ਲੱਗੂਗੀ। ਠੀਕ ਹੈ। ਕਿੱਥੇ ਯੂਜ਼ ਹੁੰਦਾ ਹੈ ਬੱਚੇ POP? ਅੱਛਾ, ਇੱਕ ਚੀਜ਼ ਹੋਰ, ਅਗਰ ਤੁਸੀਂ ਇਸ ਪ੍ਰੋਸੈਸ ਨੂੰ ਥੋੜਾ ਜਿਹਾ ਸਲੋ ਡਾਊਨ ਕਰਨਾ ਹੈ ਕਿ ਇਹ ਹੌਲੀ ਹੋਵੇ, ਕਿਉਂਕਿ ਡਿਪੈਂਡਿੰਗ ਅਪਨ ਕਿ ਆਪਾਂ ਕਿੱਥੇ ਯੂਜ਼ ਕਰ ਰਹੇ ਹਾਂ, ਆਪਾਂ ਨੂੰ ਉਹਦੀ ਕੁਆਲਿਟੀ ਚਾਹੀਦੀ ਹੁੰਦੀ ਹੈ ਅਲੱਗ-ਅਲੱਗ। ਠੀਕ ਹੈ ਨਾ, ਮੇਰੀ ਗੱਲ ਸਮਝ ਗਏ ਨਾ। ਸੋ ਅਗਰ ਤੁਸੀਂ ਇਸ ਪ੍ਰੋਸੈਸ ਨੂੰ ਥੋੜਾ ਸਲੋ ਡਾਊਨ ਕਰਨਾ ਹੈ ਤਾਂ ਤੁਸੀਂ ਇਸ ਦੇ ਵਿੱਚ ਐਲਮ ਪਾ ਸਕਦੇ ਹੋ, ਫਟਕੜੀ। ਠੀਕ ਹੈ। ਤੇ ਜੇ ਤੁਸੀਂ ਇਸ ਨੂੰ ਥੋੜਾ ਜਿਹਾ ਫਾਸਟ ਕਰਨਾ ਹੈ ਤਾਂ ਤੁਸੀਂ ਇਸ ਨੂੰ ਸੋਡੀਅਮ ਕਲੋਰਾਈਡ ਪਾ ਸਕਦੇ ਹੋ। ਸੋ ਦ ਰੇਟ ਆਫ ਸੈਟਿੰਗ ਆਫ POP, plaster of Paris ਜਾਂ gypsum, it can be controlled by adding alum या NaCl, it can be fastened by adding NaCl and slowed down by adding alum। done? clear? ਹਾਂਜੀ। ਹੁਣ POP ਕਿੱਥੇ ਯੂਜ਼ ਹੁੰਦੀ ਹੈ ਆਪਾਂ ਨੂੰ ਸਭ ਨੂੰ ਪਤਾ ਹੈ। ਨੰਬਰ 1, ਫ੍ਰੈਕਚਰਸ ਨੂੰ ਸੈੱਟ ਕਰਨ ਲਈ, ਜਿਹੜਾ ਸਭ ਤੋਂ ਕਾਮਨ ਯੂਜ਼ ਸਭ ਤੋਂ ਪਹਿਲਾਂ ਸਟਾਰਟ ਹੋਇਆ ਸੀ। ਠੀਕ ਹੈ ਨਾ। ਜਦੋਂ ਕੋਈ ਬਾਡੀ ਪਾਰਟ ਫ੍ਰੈਕਚਰ ਹੋ ਜਾਂਦਾ ਹੈ ਆਪਾਂ ਉਸ ਨੂੰ ਪਲਾਸਟਰ ਕਰ ਦਿੰਦੇ ਹਾਂ, that plaster is POP। ਠੀਕ ਹੈ। ਨੰਬਰ 2, ਆਪਣੇ ਘਰਾਂ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੈ in the making of false ceilings। false ceilings ਬਣਦੀਆਂ ਬੱਚੇ, ਛੱਤਾਂ ਦੇ ਉੱਪਰ ਮਤਲਬ ਡਿਜ਼ਾਈਨਸ ਬਣ ਜਾਂਦੇ ਨੇ POPs ਦੇ, ਕਾਮਨ ਹੈ ਸਭ ਚ, ਹੈ ਨਾ। ਥਰਡ, another ਕਾਮਨ ਯੂਜ਼ POP ਦੀ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲਦੀ ਹੈ? ਤੁਸੀਂ ਦੇਖਿਆ ਹੋਊਗਾ ਫॉर ਵਿੰਡੋ ਡਿਸਪਲੇਸ। ਮੈਂ ਦੱਸਦਾ ਕੀ ਹੁੰਦੇ ਨੇ, ਜਿਹੜੇ ਮੈਨੀਕੁਇਨਸ ਨਹੀਂ ਲੱਗੇ ਹੁੰਦੇ ਸ਼ੋਰੂਮਸ ਦੇ ਬਾਹਰ, ਤੁਸੀਂ ਦੇਖਿਆ ਹੋਊਗਾ ਜਦੋਂ ਆਪਾਂ ਕਿਸੇ ਰੈਡੀਮੇਡ ਸ਼ੋਰੂਮ 'ਚ ਜਾਂਦੇ ਆ, ਕੁਝ ਟੀ-ਸ਼ਰਟਸ ਜਾਂ ਜੀਨਸ ਵਗੈਰਾ ਪਵਾ ਕੇ ਉਹ ਬਾਹਰ ਸਟੈਚੂਸ ਖੜੇ ਹੁੰਦੇ ਨੇ, ਮੈਨੀਕੁਇਨਸ ਆਪਾਂ ਜਿਨ੍ਹਾਂ ਨੂੰ ਬੋਲਦੇ ਆ, that is also made from POP। ठीक है। so these are the common advantages, common uses of gypsum कह लो या plaster of Paris कह लो बच्चे। ठीक है। अच्छा, एक चीज ध्यान च रखनी है, आप ऐना ही करांगे आज। ठीक है ना, क्योंकि इन्हां रिएक्शंस ਨੂੰ ਕੰਪਾਊਂਡਸ ਨੂੰ ਕਰਨ ਲਈ ਤੁਹਾਨੂੰ ਕਾਫੀ ਟਾਈਮ ਲੱਗੂਗਾ ਬੱਚੇ। ਠੀਕ ਹੈ ਨਾ। ਆਪਣੇ ਕੋਲ 1-2 ਕੰਪਾਊਂਡਸ ਹੋਰ ਬਚੇ ਆ, ਆਈ ਥਿੰਕ ਇੱਕ ਸੀਮੈਂਟ ਬਚਿਆ ਹੈ ਔਰ ਇੱਕ ਕੈਲਸ਼ੀਅਮ ਹਾਈਡਰੋਕਸਾਈਡ ਬਚਿਆ ਹੈ, ਉਹ ਮੈਂ ਤੁਹਾਨੂੰ ਕੱਲ ਕਵਰ ਕਰਵਾ ਦੂੰਗਾ। ਕੱਲ ਵਿਦ ਇਨ ਦ ਫਰਸਟ 15 to 20 ਮਿੰਟਸ ਇਹ ਚੈਪਟਰ ਕੰਪਲੀਟ ਹੋ ਜਾਊਗਾ, and then we'll start off with group 13 ਜਾਂ next lecture ਦੇ ਵਿੱਚ। ਸੋ ਦੇਖੋ ਬੱਚੇ, ਹੁਣ ਇਹ ਕੰਪਾਊਂਡਸ ਨੂੰ ਤੁਸੀਂ ਇੱਥੋਂ ਮੈਂ ਤੁਹਾਨੂੰ ਇੰਪੋਰਟੈਂਟ ਚੀਜ਼ਾਂ ਕਰਵਾਤੀਆਂ, ਬਟ ਇੱਥੋਂ ਕਵਰ ਕਰਕੇ ਇੱਕ ਵਾਰ ਨੋਟਸ ਚੋਂ ਜ਼ਰੂਰ ਪੜ੍ਹ ਲਿਓ। ਠੀਕ ਹੈ ਨਾ। ਵਿਦਾਊਟ ਦੈਟ ਇਟ ਵੋਂਟ ਬੀ ਕੰਪਲੀਟ। ਕਲੀਅਰ ਹੈ? ਡਨ। ਜੋ ਮੈਂ ਤੁਹਾਨੂੰ ਹੋਮਵਰਕ ਦੇਵਾਂਗਾ ਉਹਦੇ ਵਿੱਚੋਂ ਕੁਝ ਕੁਐਸਚਨਸ ਹੋਣਗੇ ਜਿਹੜੇ ਕਿ ਨੋਟਸ ਪੜ੍ਹ ਕੇ ਹੀ ਸੋਲਵ ਹੋਣਗੇ, ਇਸ ਕਰਕੇ ਮੈਨੂੰ ਵੀ ਪਤਾ ਲੱਗ ਜਾਊਗਾ ਕਿ ਤੁਸੀਂ ਨੋਟਸ ਪੜ੍ਹੇ ਹੈ ਜਾਂ ਨਹੀਂ ਪੜ੍ਹੇ ਨਾਲ। ਠੀਕ ਹੈ ਨਾ। ਸੋ ਇੱਥੇ ਤੱਕ ਇੱਕ ਵਾਰ ਕਵਰ ਕਰ ਲੈਣਾ ਆਪਾਂ ਨੇ, ਐਂਡ ਵਾਂਸ ਅਗੇਨ ਆਈ ਰਿਪੀਟ ਕਿ ਮੰਡੇ ਵਿਲ ਬੀ योर टेस्ट फ्रॉम ग्रुप 2
and Tuesday I'll give you an MCQs based assignment from group 1 as well as group 2. ठीक है बच्चे? So keep studying, keep revising and take very good care of your health. Thanks a lot बच्चे.